ਸੋ ਬੇਟੇ ਅਸੀਂ ਨਾ ਕਰਵੀਲੀਨੀਅਰ ਕੋਆਰਡੀਨੇਟਸ ਪੜ੍ਹਨੇ ਹੈਗੇ ਹੁਣ। ਕਰਵੀਲੀਨੀਅਰ ਕੋਆਰਡੀਨੇਟਸ ਦੇ ਵਿੱਚ ਸਾਡਾ ਜਿਹੜਾ ਟੌਪਿਕ ਹੈ ਇਲੈਕਟ੍ਰਿਸਿਟੀ ਮੈਗਨੇਟਿਜ਼ਮ ਹੈ। ਉਹਦੇ ਵਿੱਚ ਅਸੀਂ ਕਾਰਟੇਸੀਅਨ, ਸਿਲੈਂਡਰੀਕਲ ਪੋਲਰ ਕੋਆਰਡੀਨੇਟ ਸਿਸਟਮ ਤੇ ਸਫੈਰਿਕਲ ਪੋਲਰ ਕੋਆਰਡੀਨੇਟ ਸਿਸਟਮ, ਇਹਨਾਂ ਦੇ ਵਿੱਚ ਕਰਵੀਲੀਨੀਅਰ ਕੋਆਰਡੀਨੇਟਸ ਨੂੰ ਅਸੀਂ ਐਕਸਪ੍ਰੈਸ ਕਰਾਂਗੇ ਕਿਸ ਵਾਸਤੇ, ਗ੍ਰੇਡੀਐਂਟ, ਡਾਈਵਰਜੈਂਸ ਤੇ ਕਰਲ, ਤੇ ਲਾਸਟ ਹੋਏਗਾ ਸਾਡਾ ਲੈਪਲੇਸ਼ਨ ਆਪਰੇਟਰ। ਠੀਕ ਹੈ, ਕਿੱਦਾਂ ਕਰਨਾ ਉਹ ਦੇਖੀਏ। ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬੇਸਿਕ ਚੀਜ਼ਾਂ ਪਤਾ ਹੋਣੀ ਚਾਹੀਦੀ ਕਿ ਸਾਡਾ ਜਿਹੜਾ ਆਰ ਵੈਕਟਰ ਹੁੰਦਾ, ਜਿਵੇਂ ਤੁਸੀਂ ਕਾਰਟੇਸੀਅਨ 'ਚ ਲਿਖਦੇ ਹੋ XI ਕੈਪ, YJ ਕੈਪ, ZK ਕੈਪ ਲਿਖਦੇ ਹੋ, ਇਹ ਹੁੰਦਾ ਤੁਹਾਡਾ ਕਾਰਟੇਸੀਅਨ ਦੇ ਵਿੱਚ, ਕਾਰਟੇਸੀਅਨ ਸਿਸਟਮ ਦੇ ਵਿੱਚ। ਉਹ 'ਚ ਇਹ ਯੂਨਿਟ ਵੈਕਟਰ ਹੈਗੇ ਆ, ਇਹ ਮੇਨ XYZ ਤੁਹਾਡੇ ਮੇਨ ਬੇਸ ਵੈਕਟਰਸ ਹੈਗੇ। ਬਟ ਜਦੋਂ ਅਸੀਂ ਕਰਵੀਲੀਅਨਸ ਲਿਖਾਂਗੇ ਨਾ, ਆਪਾਂ ਆਰ ਨੂੰ ਆਪਾਂ ਕੁਛ S ਵੈਕਟਰ ਕਹਿ ਦਿੰਦੇ ਹਾਂ, ਇਹਨੂੰ ਇੱਦਾਂ ਲਿਖਾਂਗੇ U1 H1 E1 ਕੈਪ, H2 U2 E2 ਕੈਪ, H3 U3 E3 ਕੈਪ। ਇਹ ਹੈਗਾ ਜਨਰਲ ਫਾਰਮੂਲਾ ਟੂ ਐਕਸਪ੍ਰੈਸ ਐਨੀ ਪੋਜੀਸ਼ਨ ਵੈਕਟਰ ਇਨ ਐਨੀ ਕਰਵੀਲੀਨੀਅਰ। ਕਰਵੀਲੀਨੀਅਰ ਦਾ ਮਤਲਬ ਹੁੰਦਾ ਕਿ ਇੱਕ ਜਨਰਲ ਸੈੱਟ ਹੈ ਕੋਆਰਡੀਨੇਟ ਸਿਸਟਮ। ਅਸੀਂ ਇੱਕ ਜਨਰਲ ਫਾਰਮੂਲਾ ਪੜ੍ਹ ਲਾਂਗੇ, ਉਹਦੇ ਵਿੱਚ ਸਾਰਿਆਂ ਦੀ ਵੈਲਿਊਜ਼ ਪੁੱਟ ਕਰਾਂਗੇ ਤੇ ਆਨਸਰ ਨਿਕਾਲਾਂਗੇ। ਹੁਣ ਇਸ ਸਿਸਟਮ ਦੇ ਵਿੱਚ ਜੇ ਤੁਸੀਂ ਡੈਲ ਆਪਰੇਟਰ ਨਿਕਾਲਣਾ ਹੋਵੇ, ਕੀ ਨਿਕਾਲਣਾ ਹੋਵੇ, ਡੈਲ। तो डेल ऑपरेटर में इतना लिखना 1/H1 करली बाय करली U1 E1 कैप, 1/H2 करली बाय करली U2 E2 कैप, 1/H3 करली बाय करली U3 E3 कैप। ए हुण तुसीं इहनूं क्रैमिंग कह दो या लर्निंग कह दो या अंडरस्टैंडिंग कह दो, ਇਹ ਤਾਂ लर्न करने पैने बाय हार्ट। ਇਹਦੀ ਡੈਰੀਵੇਸ਼ਨ ਵੀ ਹੁੰਦੀ ਨੇ ਰਿਜ਼ਲਟ ਦੀ, ਬਟ ਉਹ MSc ਫਿਜ਼ਿਕਸ ਦੇ ਵਿੱਚ ਮੈਥਮੈਟੀਕਲ ਫਿਜ਼ਿਕਸ 'ਚ ਹੁੰਦੀ ਹੈ, ਹਾਲੇ ਨਹੀਂ ਪੜ੍ਹਾਂਗੇ ਆਪਾਂ। ਫਿਰ ਦੂਜਾ ਇਹਦੇ ਵਿੱਚ ਜੇ ਮੈਂ ਕੱਢਣਾ ਹੋਵੇ ਆਪਣੀ ਡੈਲ ਹੋ ਗਿਆ, ਜੇ ਮੈਂ ਡਾਈਵਰਜੈਂਸ ਕੱਢਣੀ ਹੋਵੇ ਡੈਲ ਡਾਟ, ਕਿਉਂਕਿ ਇੱਕ ਮੇਰੇ ਕੋਲ ਵੈਕਟਰ ਹੋਏਗਾ ਜਿਹਦੇ 3 ਕੰਪੋਨੈਂਟ ਹੋਣਗੇ, ਇੱਕ ਹੋਏਗਾ A1, ਇੱਕ ਕੰਪੋਨੈਂਟ ਹੋਏਗਾ A2, ਇੱਕ ਕੰਪੋਨੈਂਟ ਹੋਏਗਾ A3। ਇਹਨੂੰ ਮੈਂ ਇੱਦਾਂ ਲਿਖਿਆ, ਇਹਨਾਂ ਨਾਲ I ਕੈਪ J ਕੈਪ K ਕੈਪ ਆਉਣਾ ਹੈ, R ਕੈਪ ਥੀਟਾ ਕੈਪ ਫਾਈ ਕੈਪ ਆਉਣਾ ਹੈ, ਜਾਂ R ਕੈਪ ਫਾਈ ਕੈਪ J K ਕੈਪ ਆਉਣਾ ਹੈ। ਇਟ ਡਿਪੈਂਡ ਅਪੋਨ ਡਿਫਰੈਂਟ ਸਿਸਟਮ। ਬਟ ਇਹਨੂੰ ਕਰਾਂਗੇ ਕਿੱਦਾਂ, ਕੀ ਲਿਖੋਗੇ ਤੁਸੀਂ ਇੱਥੇ, ਇਹਦੇ ਵਿੱਚ 1/H1 H2 H3 ਤੇ ਇੱਥੇ ਬ੍ਰੈਕਟ ਪਾਣੀ ਹੈ, करली बाय करली U1, ਇੱਥੇ क्या आएगा फर्स्ट कंपोनेंट है वाला H1 H2 प्लस करली बाय करली U2, फिर आएगा ਤੁਹਾਡਾ H1, फिर ਤੁਹਾਡਾ A2, फिर आएगा H3, फिर है करली बाय करली U3 H1 H नहीं आएगा इतना H1 H2 ਤੇ लास्ट पे आएगा ਇਹ ਫਾਰਮੂਲਾ, ਇਹ ਫਾਰਮੂਲਾ ਦਾ ਵੀ ਹੋ ਗਿਆ। ਫਿਰ ਜਦੋਂ ਤੁਸੀਂ ਕੀ ਕਰਨਾ ਹੈ, ਡੈਲ ਕ੍ਰਾਸ A ਕੱਢਣਾ ਤੇ ਬਾਹਰ ਤੁਹਾਡੇ ਆਏਗਾ H1 H2 H3। ਇੱਥੇ ਸ਼ੁਰੂ ਕਰਾਂਗੇ, ਇਹ ਤੁਹਾਡਾ ਹੋਏਗਾ E1 ਕੈਪ, ਨਾਲ ਆਏਗਾ H1 H2 E2 ਕੈਪ H3 E3 ਕੈਪ। ਇੱਥੇ ਆਏਗਾ ਕਰਲੀ ਬਾय ਕਰਲੀ U1, ਕਰਲੀ ਬਾय ਕਰਲੀ U2, ਕਰਲੀ ਬਾय ਕਰਲੀ U3। ਇੱਥੇ ਆਏਗਾ H1 A1 H2 A2 H3 A3। ਇਹ ਦੇਖੋ ਮੈਂ ਵੀ ਬਾਏ ਹਾਰਟ ਲਰਨ ਕੀਤੇ, ਤੁਹਾਨੂੰ ਵੀ ਇਹ ਲਰਨ ਕਰਨੇ ਪੈਣੇ ਆ। ਸਾਡੇ ਬੜੇ ਸਾਰੇ ਜਿਹੜੇ MCQ IIT ਜੈਨ ਦੇ ਐਗਜ਼ਾਮ 'ਚ, ਤੁਹਾਡੇ ਜਿਹੜੇ GNDU ਜਾਂ ਯੂਨੀਵਰਸਿਟੀ ਦੇ BSc ਦੇ ਐਗਜ਼ਾਮ 'ਚ ਸਿੱਧੇ ਹੀ ਫਾਰਮੂਲੇ ਯੂਜ਼ ਹੋ ਜਾਂਦੇ। ਫਿਰ ਇੱਦਾਂ ਹੀ ਡੈਲ ਸਕੁਆਇਰ ਹੈਗਾ, ਕੀ ਹੈ ਲੈਪਲੇਸ਼ਨ, ਜਿਹਨੂੰ ਅਸੀਂ ਕੀ ਕਹਿੰਦੇ ਹਾਂ ਲੈਪਲੇਸ਼ੀਅਨ ਆਪਰੇਟਰ ਕਹਿੰਦੇ ਹਾਂ। ਡੈਲ ਸਕੁਆਇਰ ਇਜ਼ ਬੇਸਿਕਲੀ ਡੈਲ ਡਾਟ ਡੈਲ ਏ, ਅਤੇ ਅਸੀਂ ਡੈਲ ਡਾਟ ਨੂੰ ਤਾਂ ਬਾਹਰ ਲਿਖ ਦਿੰਦੇ, ਅਤੇ ਡੈਲ ਡਾਟ ਡੈਲ ਏ ਕੀ ਹੈਗਾ ਸੀ ਉਹ ਪਹਿਲਾਂ ਲਿਖ ਦਿੰਦੇ। ਉਹ ਕੀ ਹੈਗਾ ਸਾਡਾ ਆਹ ਵਾਲਾ ਡੈਲ ਏ 1/H1 H2 H3 ਅਤੇ ਅੰਦਰ ਕੀ ਸੀ ਕਰਲੀ U1 A1 H1 H2 प्लस करली बाय करली U2, मेरे को नाल की आएगा H1 A2 H3 प्लस करली बाय करली U3 H1 H2 H3 A3। ਇਹ ਕਰਨ ਤੋਂ ਬਾਅਦ ਫਿਰ ਡੈਲ ਦੀ ਵੀ ਵੈਲਿਊ ਅਸੀਂ ਉਸ ਫਾਰਮੈਟ ਦੇ ਵਿੱਚ ਕੀ ਲਿਖਾਂਗੇ, ਆਹ ਵਾਲੀ ਵੈਲਿਊ ਕੀ ਕਰਦੀ ਆ 1/H1 करली बाय करली U1 E1 कैप प्लस 1/H2 करली बाय करली U2 E2 कैप 1/H3 करली बाय करली U3 E3 कैप डॉट। आ सारी चीज़ दोबारा तो देखो मैं लिखता कितना पिया, ध्यान मेरी कॉपी देखना। मैं कॉपी तो पूरे एक पेज भरता होया, बट मैं लिखा बहुत घट। देखो कितनी खाली जगह छड्डी हुई है। ਇਹ ਖਾਲੀ ਜਗ੍ਹਾ ਛੱਡਣ ਦਾ ਫਾਇਦਾ ਇਹ ਹੁੰਦਾ ਕਿ ਇੱਕ ਤੁਸੀਂ ਮੈਂਟਲੀ ਇੱਕ ਸਟੇਟ ਬਣਾ ਦਿੱਤੀ ਕਿ ਬੱਚੇ ਨੇ ਬਹੁਤ ਜ਼ਿਆਦਾ ਲਿਖਿਆ ਮੈਂ ਘੱਟ ਹੀ, ਇਹਨੂੰ ਜੇ ਮੈਂ ਜੋੜ ਕੇ ਲਿਖਿਆ ਤਾਂ ਮੇਰਾ ਇੰਨਾ ਪੇਜ ਹੀ ਭਰੇਗਾ, ਬਟ ਮੈਨੂੰ ਕਿੰਨਾ ਖੁੱਲ੍ਹਾ ਲਿਖਿਆ। ਤੁਸੀਂ ਪੇਪਰ 'ਚ ਇੱਦਾਂ ਹੀ ਕਰਕੇ ਆਉਣਾ ਹੁੰਦਾ, ਜਗ੍ਹਾ ਬਹੁਤ ਛੱਡਣੀ ਹੁੰਦੀ। ਇੱਕ ਲਾਈਨ ਦੇ ਵਿੱਚ ਆ ਨਹੀਂ ਮਤਲਬ ਕਿ ਆਪ ਪਹਿਲੀ ਲਾਈਨ 'ਚ ਲਿਖਿਆ ਅਤੇ ਅਗਲੀ ਲਾਈਨ 'ਚ ਦੂਜਾ ਲਿਖਣਾ। ਤੁਸੀਂ ਜੇ ਰੈਕਟੈਂਗਲ ਬਲੌਕ ਇਹਨੂੰ ਪਾ ਦਿੱਤਾ ਅਤੇ 2 ਲਾਈਨਾਂ ਹੌਲੀ ਛੱਡ ਦਿਓ, ਕਿਸੇ ਨੂੰ ਪਤਾ ਨਹੀਂ ਲੱਗਣਾ। ਇੱਦਾਂ ਵਿਊ ਲੱਗ ਰਿਹਾ ਕਿ ਅਸੀਂ ਬਹੁਤ ਜ਼ਿਆਦਾ ਲਿਖਿਆ ਹੈ, ਬਟ ਲਿਖਿਆ ਬਹੁਤ ਘੱਟ ਹੁੰਦਾ। ਅਤੇ ਮੇਰੀ ਕੋਈ ਥਿਊਰੀ ਨਹੀਂ ਲਿਖੀ ਗਈ ਹਾਲੇ ਤੱਕ,
ਤੇ ਤੁਹਾਡਾ ਪੇਪਰ ਕਰਨ ਦਾ ਸਟਾਈਲ ਵੀ ਇਦਾਂ ਦਾ ਹੋਣਾ ਚਾਹੀਦਾ। ਜਿਵੇਂ ਦੇਖੋ ਕਈ ਬੱਚੇ ਕੀ ਕਰਦੇ ਆ, ਡੈਲ ਦੀ ਵੈਲਿਊ ਪੁੱਟ ਕੀਤੀ, ਇੱਥੋਂ ਨਾਲ ਸ਼ੁਰੂ ਕਰਕੇ ਛੋਟਾ ਛੋਟਾ ਕਰਕੇ ਲਿਖਣਗੇ। ਕੋਈ ਘਬਰਾਉਣਾ ਨਹੀਂ ਹੈ। ਇਕੁਅਲ ਟੂ ਜਦੋਂ ਪੈ ਜਾਂਦਾ ਨਾ, ਮਤਲਬ ਇਹ ਇੱਕ ਸਟੈਪ ਹੈਗਾ। ਜਦੋਂ ਤੱਕ ਅਗਲਾ ਇਕੁਅਲ ਟੂ ਨਹੀਂ ਪਏਗਾ, ਸਟੈਪ ਪੁਰਾਣਾ ਚੱਲਦਾ ਹੋਏਗਾ। ਤੇ ਇਹਦੀ ਵੈਲਿਊ ਲਿਖਾਂਗੇ ਇੱਥੇ 1/h1 h2 h3। ਸੋ ਕਰਲੀ ਬਾय ਕਰਲੀ u1 ਕੀ ਗਾ ਸੀ a1 h1 h3 h2 h3। ਇੱਥੇ h2 h3 ਆਉਣਾ। ਯਾਦ ਰੱਖਣਾ ਜੇ a1 ਹੈ ਤੇ ਨਾਲ h2 h3 ਹੋਣਗੇ, ਜੇ a2 ਗਾ ਤੇ h1 h3 ਹੋਣਗੇ, ਜੇ a3 ਗਾ ਤੇ h1 h2 ਹੋਣਗੇ। ਸੋ ਇਹਦੇ ਵਿੱਚ ਮੇਰੇ ਕੋਲ ਕੀ ਬਣੇਗਾ, ਕਰਲੀ ਬਾय ਕਰਲੀ u2 h1 a2 h3 ਕਰਲੀ ਬਾय ਕਰਲੀ u3 h1 h2 a3। ਇਹਨੂੰ ਥੋੜ੍ਹਾ ਹੋਰ ਸਿੰਪਲੀਫਾਈ ਕਿੱਦਾਂ ਕਰਾਂਗੇ, ਆਹ ਚੀਜ਼ ਨੂੰ ਸਾਰੇ ਨਾਲ ਇਹਦੇ ਉੱਤੇ ਅਪਲਾਈ ਕਰਨਾ, ਇਹ ਚੀਜ਼ ਇੱਥੇ ਅਪਲਾਈ ਕਰਨੀ ਹੈ, ਤੇ ਇਹ ਚੀਜ਼ ਮੈਂ ਇਹ ਜ਼ਿਆਦਾ ਸੋਲਵ ਕਰਨ 'ਤੇ ਨਾ ਫੋਕਸ ਨਹੀਂ ਕਰਦਾ, ਕਿਉਂਕਿ ਥੋੜ੍ਹਾ ਟਿਪੀਕਲ ਹੋ ਜਾਂਦਾ। ਬਸ ਇੰਨਾ ਕਰ ਲਓ ਕਾਫੀ ਹੈ। ਹੁਣ ਮੇਨ ਇੰਪੋਰਟੈਂਟ ਇਹਨੂੰ ਯੂਜ਼ ਕਰਕੇ ਅਸੀਂ ਸਭ ਤੋਂ ਇੰਪੋਰਟੈਂਟ ਕੀ ਹੈ, ਹਾਊ ਟੂ ਰਾਈਟ ਸਫੈਰੀਕਲ ਪੋਲਰ ਕੋਆਰਡੀਨੇਟ। ਤੁਹਾਨੂੰ ਸਫੈਰੀਕਲ ਪੋਲਰ ਕੋਆਰਡੀਨੇਟ ਸਿਸਟਮ ਦੇ ਵਿੱਚ ਨਾ ਇਹਦਾ ਡਾਇਗਰਾਮ ਬਣਾਉਣੀ ਹੈ। ਇਹ ਤੁਹਾਡਾ ਇੱਧਰ ਕੀ ਹੋਏਗਾ, y ਐਕਸਿਸ, ਉੱਪਰ ਕੀ ਹੈ x, ਉਹ z ਸੌਰੀ, ਤੇ ਬਾਹਰ ਕੀ ਹੈ ਤੁਹਾਡਾ ਕੋਈ ਵੀ ਪੁਆਇੰਟ ਹੈ ਇਹਦੇ ਵਿੱਚ, ਕੋਈ ਵੀ ਐਨੀ ਪੁਆਇੰਟ ਵੀ ਜਿਹਦੇ ਕੋਆਰਡੀਨੇਟ x y z ਹੈ। ਤੁਸੀਂ ਉਹਨੂੰ ਪੋਜੀਸ਼ਨ ਵੈਕਟਰ r ਕਹਿੰਦੇ ਹੋ ਓਰੀਜਨ ਤੋਂ। z ਐਕਸਿਸ ਨਾਲ ਜਿਹੜਾ ਐਂਗਲ ਬਣਾਇਆ ਹੋਵੇਗਾ ਤੁਹਾਡਾ ਥੀਟਾ, ਫਿਰ ਇੱਥੋਂ ਤੁਸੀਂ ਡਰਾਅ ਕਰੋਗੇ ਤਾਂ ਪ੍ਰੋਜੈਕਸ਼ਨ ਕਿਹੜੇ ਪਲੇਨ 'ਚ, ਐਕਸ ਵਾਈ ਪਲੇਨ 'ਚ। ਇਹ ਤੁਹਾਡਾ ਐਕਸ ਵਾਈ ਪਲੇਨ ਹੈ ਨਾ ਸਾਰਾ, ਉਹ 'ਚ ਦਾ ਪ੍ਰੋਜੈਕਸ਼ਨ ਡਰਾਅ ਕਰਨਾ। ਮੈਂ ਕਹਿਤਾ ਪੁਆਇੰਟ Q, ਓਰੀਜਨ ਤੋਂ ਇਹਨੂੰ ਜੁਆਇਨ ਕੀਤਾ, ਇਹ ਮੇਰਾ ਹੋ ਗਿਆ ਕਿਹੜਾ ਓ ਕਿਊ ਵੈਕਟਰ। ਇਹਨੇ ਐਕਸ ਐਕਸਿਸ ਨਾਲ ਜਿੰਨਾ ਐਂਗਲ ਬਣਾਇਆ ਕਿੰਨਾ ਹੈਗਾ 5। ਸੋ ਸਾਡੇ P ਦੇ ਜਿਹੜੇ ਕੋਆਰਡੀਨੇਟ ਹੋਣਗੇ ਨਾ ਸਫੈਰੀਕਲ ਪੋਲਰ 'ਚ, ਉਹ ਹੋਣਗੇ r ਥੀਟਾ ਤੇ 5। ਸਾਨੂੰ ਐਕਸ ਵਾਈ ਜ਼ੈਡ ਦੇ ਬਾਰੇ ਪਤਾ, ਹੁਣ ਆਪਾਂ ਇਹਨਾਂ ਨੂੰ ਕਿੱਥੇ ਚੇਂਜ ਕਰਾਂਗੇ, r ਥੀਟਾ 5। ਕਿੱਦਾਂ ਕਰਾਂਗੇ, ਪਹਿਲਾਂ ਤੁਹਾਨੂੰ ਪਤਾ ਹੁੰਦਾ h1 ਕੌਣ ਹੁੰਦਾ 1, h2 ਹੈ r, h3 ਹੈ r sin